ਹੋਵੇਗਾ ਜੇਕਰ ਦੁਨੀਆ ਵਿੱਚ ਸ਼ਾਂਤੀ ਲਿਆਉਣ ਦਾ ਰਾਹ ਸਿਆਸਤ ਚੋਂ ਨਹੀਂ ਸਗੋਂ ਅਧਿਆਤਮਿਕਤਾ ਚੋਂ ਨਿਕਲੇ। ਹਾਂ, ਅੱਜ ਆਪਾਂ ਇੱਕ ਬਹੁਤ ਹੀ ਦਿਲਚਸਪ ਅਤੇ ਵੱਖਰੇ ਪ੍ਰਸਤਾਵ ਬਾਰੇ ਗੱਲ ਕਰਨ ਜਾ ਰਹੇ ਹਾਂ। ਇੱਕ ਅਜਿਹਾ ਪ੍ਰਸਤਾਵ ਜੋ ਦੁਨੀਆ ਭਰ 'ਚੋਂ ਖਤਰਨਾਕ ਹਥਿਆਰਾਂ ਨੂੰ ਖਤਮ ਕਰਨ ਅਤੇ ਇੱਕ ਸਥਾਈ ਸ਼ਾਂਤੀ ਕਾਇਮ ਕਰਨ ਦਾ ਦਾਅਵਾ ਕਰਦਾ ਹੈ। ਅਤੇ ਇਹ ਸਾਰਾ ਵਿਚਾਰ ਇੱਕ ਖਾਸ ਦਸਤਾਵੇਜ਼ ਤੋਂ ਆਇਆ ਹੈ ਜੋ ਸੰਯੁਕਤ ਰਾਸ਼ਟਰ ਦੀ 80ਵੀਂ ਵਰ੍ਹੇਗੰਢ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ। ਪਰ ਇਸ ਹੱਲ ਦੀ ਲੋੜ ਕਿਉਂ ਪਈ? ਪਹਿਲਾਂ ਇਸ ਸਮੱਸਿਆ ਨੂੰ ਸਮਝਦੇ ਹਾਂ ਜਿਸ ਦਾ ਇਹ ਹੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਅਤੇ ਦੇਖੋ, ਇਹ ਗੱਲ ਸਿਰਫ ਇਹ ਦਸਤਾਵੇਜ਼ ਹੀ ਨਹੀਂ ਕਹਿ ਰਿਹਾ, ਇਹ ਭਾਵਨਾ ਤਾਂ ਸੰਯੁਕਤ ਰਾਸ਼ਟਰ ਦੇ ਅੰਦਰੋਂ ਵੀ ਆ ਰਹੀ ਹੈ। ਜਿਵੇਂ ਕਿ UN ਜਨਰਲ ਅਸੈਂਬਲੀ ਦੇ ਸਾਬਕਾ ਪ੍ਰਧਾਨ ਕਸਾਬਾ ਕਰੋਸੀ ਨੇ ਖੁਦ ਕਿਹਾ ਸੀ। ਤਾਂ ਫਿਰ ਇਸ ਪੂਰੀ ਗੁੰਝਲਦਾਰ ਸੋਚ ਨੂੰ ਸਮਝਣ ਲਈ ਆਪਾਂ ਇਸ ਨੂੰ 5 ਹਿੱਸਿਆਂ ਵਿੱਚ ਵੰਡ ਕੇ ਦੇਖਾਂਗੇ। ਪਹਿਲਾ, ਦੁਨੀਆ ਦੇ ਹਾਲਾਤ, ਫਿਰ ਉਹ ਖਾਸ ਪ੍ਰਸਤਾਵ ਕੀ ਹੈ, ਉਸ ਦਾ ਇਤਿਹਾਸ, ਉਸ ਨੂੰ ਲਾਗੂ ਕਰਨ ਦੀ ਯੋਜਨਾ ਅਤੇ ਅਖੀਰ ਵਿੱਚ ਇਸ ਦਾ ਅਸਲ ਮਕਸਦ ਕੀ ਹੈ। ਚਲੋ ਫਿਰ ਸ਼ੁਰੂ ਕਰਦੇ ਹਾਂ ਉਸ ਗਲੋਬਲ ਸੰਕਟ ਤੋਂ ਜੋ ਇਸ ਸਭ ਦੀ ਜੜ ਹੈ। ਸੋ ਪਹਿਲਾ ਹਿੱਸਾ, ਕੰਢੇ ਤੇ ਖੜੀ ਦੁਨੀਆ। ਇਹ ਦਸਤਾਵੇਜ਼ ਦੱਸਦਾ ਹੈ ਕਿ ਇਹ ਪ੍ਰਸਤਾਵ ਕਿਉਂ ਜ਼ਰੂਰੀ ਹੈ ਅਤੇ ਸੱਚ ਕਹਾ ਤਾਂ ਇਹ ਇੱਕ ਬਹੁਤ ਹੀ ਗੰਭੀਰ ਤਸਵੀਰ ਪੇਸ਼ ਕਰਦਾ ਹੈ, ਇੱਕ ਅਜਿਹੀ ਦੁਨੀਆ ਦੀ ਜੋ ਕਈ ਪਾਸਿਓਂ ਖਤਰਿਆਂ ਨਾਲ ਘਿਰੀ ਹੋਈ ਹੈ। ਇਸ ਦਸਤਾਵੇਜ਼ ਦੇ ਮੁਤਾਬਿਕ ਅੱਜਕੱਲ੍ਹ ਦੁਨੀਆ ਵਿੱਚ ਕਈ ਸੰਕਟ ਇੱਕੋ ਵੇਲੇ ਚੱਲ ਰਹੇ ਨੇ। ਇੱਕ ਪਾਸੇ ਪਰਮਾਣੂ ਜੰਗ ਦਾ ਖਤਰਾ ਸਿਰ ਤੇ ਮੰਡਰਾ ਰਿਹਾ ਹੈ, ਦੂਜੇ ਪਾਸੇ ਦੇਸ਼ਾਂ ਵਿੱਚ ਤਣਾਅ ਵੱਧਦਾ ਜਾ ਰਿਹਾ ਹੈ। ਫਿਰ AI ਦੀ ਗੱਲ ਕਰੀਏ ਤਾਂ ਉਹ ਵੀ ਬੇਕਾਬੂ ਹੋ ਰਹੀ ਹੈ। ਇੱਥੋਂ ਤੱਕ ਕਿ ਤੀਜੇ ਵਿਸ਼ਵ ਯੁੱਧ ਦੀਆਂ ਗੱਲਾਂ ਵੀ ਹੋਣ ਲੱਗ ਪਈਆਂ ਨੇ। ਅਤੇ ਇਹ ਸਭ ਇਸ ਲਈ ਹੋ ਰਿਹਾ ਹੈ ਕਿਉਂਕਿ ਜਿਹੜੀ ਸੰਸਥਾ ਇਹ ਸਭ ਰੋਕਣ ਲਈ ਬਣਾਈ ਗਈ ਸੀ, ਯਾਨੀ ਕਿ UN, ਉਹ 80 ਸਾਲਾਂ ਬਾਅਦ ਵੀ ਬੇਅਸਰ ਜਾਪਦੀ ਹੈ। ਯਾਨੀ ਕਿ ਇਹ ਸਭ ਮਿਲ ਕੇ ਇੱਕ ਬਹੁਤ ਹੀ ਖਤਰਨਾਕ ਸਥਿਤੀ ਬਣਾ ਰਿਹਾ ਹੈ। ਅਤੇ ਜਦੋਂ ਆਪਾਂ ਪਰਮਾਣੂ ਹਥਿਆਰਾਂ ਦੀ ਗੱਲ ਕਰਦੇ ਹਾਂ ਤਾਂ ਇੱਕ ਨੰਬਰ ਸਾਹਮਣੇ ਆਉਂਦਾ ਹੈ, 12,241। ਵੈਸੇ ਤਾਂ ਇਹ ਸਿਰਫ ਇੱਕ ਨੰਬਰ ਲੱਗਦਾ ਹੈ ਨਾ, ਪਰ ਇਸ ਦਸਤਾਵੇਜ਼ ਮੁਤਾਬਿਕ ਇਹ ਨੰਬਰ ਪੂਰੀ ਮਨੁੱਖਤਾ ਲਈ ਇੱਕ ਵੱਡਾ ਖਤਰਾ ਹੈ। ਇਹ ਦੁਨੀਆ ਭਰ ਵਿੱਚ ਮੌਜੂਦ ਪਰਮਾਣੂ ਹਥਿਆਰਾਂ ਦੀ ਗਿਣਤੀ ਹੈ। ਇਸ ਖਤਰੇ ਦੀ ਗੰਭੀਰਤਾ ਨੂੰ ਸਮਝਾਉਣ ਲਈ ਇਹ ਪ੍ਰਸਤਾਵ ਸੰਯੁਕਤ ਰਾਸ਼ਟਰ ਦੇ ਆਪਣੇ ਸੈਕਟਰੀ ਜਨਰਲ ਐਂਟੋਨੀਓ ਗੁਟੇਰਸ ਦੀਆਂ ਗੱਲਾਂ ਦਾ ਹਵਾਲਾ ਦਿੰਦਾ ਹੈ। ਉਨ੍ਹਾਂ ਨੇ ਸਾਫ਼-ਸਾਫ਼ ਕਿਹਾ ਹੈ ਕਿ ਪਰਮਾਣੂ ਯੁੱਧ ਕੋਈ ਜਿੱਤ ਨਹੀਂ ਸਕਦਾ। ਇਹ ਹਥਿਆਰ ਸੁਰੱਖਿਆ ਨਹੀਂ, ਸਗੋਂ ਸਿਰਫ ਤੇ ਸਿਰਫ ਤਬਾਹੀ ਲੈ ਕੇ ਆਉਂਦੇ ਨੇ। ਅੱਛਾ, ਤਾਂ ਸਮੱਸਿਆ ਤਾਂ ਕਾਫੀ ਵੱਡੀ ਹੈ, ਪਰ ਹੁਣ ਗੱਲ ਕਰਦੇ ਹਾਂ ਹੱਲ ਦੀ। ਇਹ ਪ੍ਰਸਤਾਵ ਹੈ ਕਿ ਜਿਸ ਦਾ ਨਾਂ UB, UM, UD ਹੈ। ਇਹ ਇੱਕ ਰਾਜਨੀਤਿਕ ਸਮੱਸਿਆ ਦਾ ਇੱਕ ਬਹੁਤ ਹੀ ਵੱਖਰਾ, ਇੱਕ ਅਧਿਆਤਮਿਕ ਹੱਲ ਪੇਸ਼ ਕਰਦਾ ਹੈ। ਅਤੇ ਇਹ ਕੋਈ ਛੋਟਾ-ਮੋਟਾ ਹੱਲ ਨਹੀਂ, ਇਹ ਤਾਂ ਪੂਰੇ ਸਿਸਟਮ ਨੂੰ ਬਦਲਣ ਦੀ ਗੱਲ ਕਰਦਾ ਹੈ। ਇਸ ਨੂੰ ਸਮਝਣ ਦਾ ਸਭ ਤੋਂ ਸੌਖਾ ਤਰੀਕਾ ਹੈ ਇਹ ਤੁਲਨਾ। ਇੱਕ ਪਾਸੇ ਹੈ ਸੰਯੁਕਤ ਰਾਸ਼ਟਰ ਜੋ ਨਿਊਯਾਰਕ ਵਿੱਚ ਹੈ ਅਤੇ ਪੂਰੀ ਤਰ੍ਹਾਂ ਰਾਜਨੀਤਿਕ ਹੈ। ਦੂਜੇ ਪਾਸੇ ਪ੍ਰਸਤਾਵ ਹੈ ਇੱਕ ਨਵੀਂ ਸੰਸਥਾ ਦਾ ਜਿਸ ਦਾ ਨਾਂ ਹੈ ਯੂਨਾਈਟਿਡ ਮਾਸਟਰਜ਼। ਇਸ ਨੂੰ ਨਵੀਂ ਦਿੱਲੀ ਵਿੱਚ ਗਾਂਧੀ ਸਮਿਤੀ ਵਿਖੇ ਬਣਾਉਣ ਦਾ ਸੁਝਾਅ ਹੈ ਅਤੇ ਇਸ ਦਾ ਆਧਾਰ ਰਾਜਨੀਤੀ ਨਹੀਂ ਸਗੋਂ ਅਧਿਆਤਮਿਕਤਾ ਅਤੇ ਮਾਨਵਤਾ ਹੋਵੇਗਾ। ਸੋਚ ਕੇ ਦੇਖੋ ਕਿੰਨਾ ਵੱਡਾ ਫਰਕ ਹੈ ਦੋਵਾਂ ਦੀ ਸੋਚ ਵਿੱਚ। ਤਾਂ ਇਹ ਯੂਨਾਈਟਿਡ ਮਾਸਟਰਜ਼ ਅਸਲ ਵਿੱਚ ਹੈ ਕਿ ਇਸ ਨੂੰ ਦੁਨੀਆ ਦੇ ਇੱਕ ਅਧਿਆਤਮਿਕ ਉੱਚ ਸਦਨ ਵਜੋਂ ਦੇਖਿਆ ਜਾ ਰਿਹਾ ਹੈ। ਮਤਲਬ ਇੱਕ ਅਜਿਹੀ ਥਾਂ ਜਿੱਥੇ ਦੁਨੀਆ ਭਰ ਦੇ ਫੈਸਲੇ ਤਾਕਤ ਜਾਂ ਸਿਆਸਤ ਦੇ ਜ਼ੋਰ ਤੇ ਨਹੀਂ, ਸਗੋਂ ਨੈਤਿਕਤਾ, ਮਾਨਵਤਾ ਅਤੇ ਪ੍ਰਾਰਥਨਾ ਦੀ ਭਾਵਨਾ ਨਾਲ ਲਏ ਜਾਣਗੇ। ਅਤੇ ਹੁਣ ਆਉਂਦੇ ਹਾਂ ਇਸ ਦੇ ਨਾਂ UBUM, UD ਤੇ। ਇਹ ਥੋੜਾ ਗੁੰਝਲਦਾਰ ਲੱਗ ਸਕਦਾ ਹੈ। ਦਸਤਾਵੇਜ਼ ਇਸ ਨੂੰ ਕੁਦਰਤ ਦਾ 3D ਸੰਤੁਲਨ ਵਰਤਾਰਾ ਕਹਿੰਦਾ ਹੈ। ਇਸ ਨੂੰ ਇਸ ਤਰ੍ਹਾਂ ਸਮਝਿਆ ਜਾ ਸਕਦਾ ਹੈ ਜਿਵੇਂ ਕੁਦਰਤ ਵਿੱਚ ਹਰ ਚੀਜ਼ ਨੂੰ ਸੰਤੁਲਨ ਵਿੱਚ ਰੱਖਣ ਵਾਲੀ ਕੋਈ ਤਾਕਤ ਹੋਵੇ, ਜਿਵੇਂ GOD ਜਾਂ ਫਿਰ ਵਿਗਿਆਨ ਦੀ ਭਾਸ਼ਾ ਵਿੱਚ ਇਲੈਕਟ੍ਰੌਨ, ਨਿਊਟ੍ਰੌਨ, ਪ੍ਰੋਟੌਨ। ਇਹ ਵੀ ਉਸੇ ਤਰ੍ਹਾਂ ਦੀ ਇੱਕ ਬੁਨਿਆਦੀ ਸੰਤੁਲਨ ਬਣਾਉਣ ਵਾਲੀ ਸ਼ਕਤੀ ਹੈ। ਸੋ ਇਸ ਸਭ ਦਾ ਨਿਚੋੜ ਕੀ ਹੈ? ਬਹੁਤ ਸਿੱਧਾ ਤੇ ਸਾਫ਼। ਦਸਤਾਵੇਜ਼ ਕਹਿੰਦਾ ਹੈ ਕਿ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ ਰਾਜਨੀਤੀ ਦਾ ਅਧਿਆਤਮੀਕਰਨ ਅਤੇ ਅਧਿਆਤਮਿਕਤਾ ਦਾ ਸਸ਼ਕਤੀਕਰਨ। ਯਾਨੀ ਜਦੋਂ ਤੱਕ ਆਪਾਂ ਰਾਜਨੀਤੀ ਵਿੱਚ ਅਧਿਆਤਮਿਕ ਕਦਰਾਂ-ਕੀਮਤਾਂ ਨਹੀਂ ਲਿਆਂਦੇ, ਉਦੋਂ ਤੱਕ ਦੁਨੀਆ ਵਿੱਚ ਅਸਲੀ ਸ਼ਾਂਤੀ ਜਾਂ ਸੰਤੁਲਨ ਕਾਇਮ ਕਰਨਾ ਬਸ ਇੱਕ ਸੁਪਨਾ ਹੀ ਰਹੇਗਾ। ਚਲੋ ਹੁਣ ਇਸ ਦੇ ਤੀਜੇ ਹਿੱਸੇ ਵੱਲ ਵਧਦੇ ਹਾਂ ਅਤੇ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਵਿਚਾਰ ਕੋਈ ਰਾਤੋਂ-ਰਾਤ ਨਹੀਂ ਆਇਆ। ਨਹੀਂ, ਇਸ ਦੇ ਪਿੱਛੇ ਇੱਕ ਪੂਰੀ 30 ਸਾਲਾਂ ਦੀ ਕਹਾਣੀ ਹੈ, ਇੱਕ ਲੰਮਾ ਅਧਿਆਤਮਿਕ ਸਫ਼ਰ ਹੈ। ਆਓ ਦੇਖੀਏ ਕਿ ਇਹ ਵਿਚਾਰ ਸਮੇਂ ਦੇ ਨਾਲ ਕਿਵੇਂ ਵਧਿਆ ਅਤੇ ਵਿਕਸਿਤ ਹੋਇਆ। ਇਸ ਦੀ ਸ਼ੁਰੂਆਤ 1995 ਵਿੱਚ ਹੋਈ, ਜਦੋਂ ਇੱਕ ਸਦਭਾਵਨਾ ਭਰੀ ਦੁਨੀਆ ਦਾ ਸੁਪਨਾ ਦੇਖਿਆ ਗਿਆ। ਫਿਰ 2007 ਵਿੱਚ ਯੂਨਾਈਟਿਡ ਮਾਸਟਰਜ਼ ਦਾ ਵਿਚਾਰ ਭਾਰਤ ਦੇ ਉਸ ਵੇਲੇ ਦੇ ਰਾਸ਼ਟਰਪਤੀ ਡਾਕਟਰ APJ ਅਬਦੁਲ ਕਲਾਮ ਦੇ ਸਾਹਮਣੇ ਰੱਖਿਆ ਗਿਆ।
2014 ਤੱਕ ਇਹ UMUD ਦਾ ਪੂਰਾ ਸੰਕਲਪ ਭਾਰਤ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਚੀਫ ਜਸਟਿਸ ਤੱਕ ਪਹੁੰਚਾਇਆ ਗਿਆ ਅਤੇ ਹੁਣ 2025 ਵਿੱਚ ਇਸ ਨੂੰ UN ਅਤੇ ਇਸ ਦੇ ਸਾਰੇ 193 ਮੈਂਬਰ ਦੇਸ਼ਾਂ ਤੱਕ ਪਹੁੰਚਾਉਣ ਦੀ ਗੱਲ ਹੋ ਰਹੀ ਹੈ। ਸੋ ਇਹ ਇੱਕ ਲੰਬੀ ਅਤੇ ਲਗਾਤਾਰ ਕੀਤੀ ਗਈ ਕੋਸ਼ਿਸ਼ ਹੈ। ਗੱਲਾਂ ਤਾਂ ਬਹੁਤ ਹੋ ਗਈਆਂ, ਪਰ ਇਸ ਨੂੰ ਲਾਗੂ ਕਿਵੇਂ ਕੀਤਾ ਜਾਵੇਗਾ? ਇਹੀ ਹੈ ਸਾਡਾ ਚੌਥਾ ਹਿੱਸਾ, 9 ਸਾਲਾ ਕਾਤਮਾ ਯੋਜਨਾ। ਇਹ ਉਹ ਥਾਂ ਹੈ ਜਿੱਥੇ ਇਹ ਅਧਿਆਤਮਿਕ ਸੋਚ ਇੱਕ ਠੋਸ ਕਦਮ-ਦਰ-ਕਦਮ ਯੋਜਨਾ ਦਾ ਰੂਪ ਲੈਂਦੀ ਹੈ। ਅਤੇ ਇਸ ਯੋਜਨਾ ਦੀ ਸ਼ੁਰੂਆਤ ਹੁੰਦੀ ਹੈ ਇਸ ਨੰਬਰ ਨਾਲ, 1008। ਇਹ ਕੀ ਹੈ? ਇਹ ਦੁਨੀਆ ਭਰ ਦੀਆਂ 1008 ਪ੍ਰਭਾਵਸ਼ਾਲੀ ਸ਼ਖਸੀਅਤਾਂ ਦਾ ਟੀਚਾ ਹੈ, ਜਿਨ੍ਹਾਂ ਤੋਂ ਇਸ ਪੂਰੇ ਮਿਸ਼ਨ ਲਈ ਸਮਰਥਨ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ 9 ਸਾਲਾ ਯੋਜਨਾ 3 ਹਿੱਸਿਆਂ 'ਚ ਵੰਡੀ ਹੋਈ ਹੈ। ਪਹਿਲਾ ਕਦਮ 2025 ਤੋਂ 27 ਤੱਕ UN ਜਨਰਲ ਅਸੈਂਬਲੀ ਦੇ ਪ੍ਰਧਾਨ ਤੋਂ ਇਸ ਦੀ ਮਨਜ਼ੂਰੀ ਲੈਣਾ। ਦੂਜਾ ਕਦਮ 2027 ਤੋਂ 30 ਤੱਕ ਉਸ ਯੂਨਾਈਟਿਡ ਮਾਸਟਰਸ ਦਾ ਪੂਰਾ ਢਾਂਚਾ ਤਿਆਰ ਕਰਨਾ। ਅਤੇ ਤੀਜਾ ਤੇ ਆਖਰੀ ਕਦਮ 2030 ਤੋਂ 34 ਤੱਕ ਇਸ ਯੋਜਨਾ ਨੂੰ ਲਾਗੂ ਕਰਕੇ ਦੁਨੀਆ ਭਰ 'ਚੋਂ ਸਾਰੇ ਖਤਰਨਾਕ ਹਥਿਆਰਾਂ ਨੂੰ ਪੂਰੀ ਤਰ੍ਹਾਂ ਖਤਮ ਕਰਨਾ। ਬਿਲਕੁਲ ਸਪਸ਼ਟ ਅਤੇ ਸਮਾਬੱਧ ਯੋਜਨਾ। ਅਤੇ ਹੁਣ ਆਖਰੀ ਅਤੇ ਪੰਜਵਾਂ ਹਿੱਸਾ, ਇਸ ਸਭ ਦਾ ਅੰਤਿਮ ਮਕਸਦ ਕੀ ਹੈ? ਇਸ ਯੋਜਨਾ ਦੇ ਪਿੱਛੇ ਦੀ ਅਸਲ ਦ੍ਰਿਸ਼ਟੀ ਕੀ ਹੈ? ਇਹ ਮਨੁੱਖਤਾ ਲਈ ਇੱਕ ਬਿਲਕੁਲ ਨਵੇਂ ਯੁੱਗ ਦੀ ਸ਼ੁਰੂਆਤ ਕਰਨ ਦੀ ਗੱਲ ਕਰਦਾ ਹੈ। ਦੇਖੋ, ਇਸ ਪ੍ਰਸਤਾਵ ਦਾ ਮਕਸਦ ਸਿਰਫ ਦੁਨੀਆ ਨੂੰ ਬਦਲਣਾ ਨਹੀਂ, ਸਗੋਂ ਇਸ ਨੂੰ ਮਨੁੱਖਤਾ ਦੇ ਇੱਕ ਨਵੇਂ ਯੁੱਗ ਵਿੱਚ ਲੈ ਕੇ ਜਾਣਾ ਹੈ। ਸੋ ਇਹ ਸਿਰਫ ਹਥਿਆਰਾਂ ਨੂੰ ਖਤਮ ਕਰਨ ਤੱਕ ਸੀਮਿਤ ਨਹੀਂ ਹੈ। ਨਹੀਂ, ਇਹ ਤਾਂ ਮਨੁੱਖੀ ਸਭਿਅਤਾ ਦੀ ਪੂਰੀ ਸੋਚ ਅਤੇ ਸੁਭਾਅ ਨੂੰ ਬਦਲਣ ਦੀ ਇੱਕ ਬਹੁਤ ਵੱਡੀ ਕੋਸ਼ਿਸ਼ ਹੈ। ਅਤੇ ਇਸ ਨਵੇਂ ਯੁੱਗ ਨੂੰ ਇੱਕ ਖਾਸ ਨਾਂ ਦਿੱਤਾ ਗਿਆ ਹੈ, ਧਰਮ ਯੁੱਗ। ਇਸ ਦਾ ਮਤਲਬ ਹੈ ਸਦਾਚਾਰ ਦਾ ਯੁੱਗ। ਜ਼ਰਾ ਸੋਚ ਕੇ ਦੇਖੋ, ਇੱਕ ਅਜਿਹੀ ਦੁਨੀਆ ਜਿੱਥੇ ਹਰ ਫੈਸਲਾ ਸਹੀ ਅਤੇ ਗਲਤ ਦੇ ਆਧਾਰ ਤੇ ਲਿਆ ਜਾਵੇ, ਜਿੱਥੇ ਰਾਜਨੀਤੀ ਉੱਤੇ ਧਰਮ ਯਾਨੀ ਕਿ ਸਹੀ ਸਿਧਾਂਤਾਂ ਦੀ ਜਿੱਤ ਹੋਵੇ। ਇਹ ਇਸ ਪ੍ਰਸਤਾਵ ਦਾ ਅੰਤਿਮ ਸੁਪਨਾ ਹੈ। ਤਾਂ ਫਿਰ ਇਹ ਸਾਰੀ ਗੱਲਬਾਤ ਸਾਨੂੰ ਇੱਕ ਬਹੁਤ ਵੱਡੇ ਸਵਾਲ ਤੇ ਲਿਆ ਕੇ ਛੱਡ ਦਿੰਦੀ ਹੈ। ਆਖਿਰਕਾਰ ਦੁਨੀਆ ਦੀ ਰਾਜਨੀਤੀ ਵਿੱਚ ਅਧਿਆਤਮਿਕਤਾ ਦੀ ਕਿੰਨੀ ਕੁ ਥਾਂ ਹੈ? ਕੀ ਇਸ ਤਰ੍ਹਾਂ ਦਾ ਪ੍ਰਸਤਾਵ ਸਿਰਫ ਇੱਕ ਖਿਆਲੀ ਪੁਲਾਓ ਹੈ ਜਾਂ ਫਿਰ ਇੱਕ ਅਜਿਹਾ ਰਾਹ ਹੈ ਜਿਸ ਦੀ ਸਾਨੂੰ ਸੱਚਮੁੱਚ ਲੋੜ ਹੈ? ਇਸ ਦਾ ਜਵਾਬ ਸ਼ਾਇਦ ਇਸ ਗੱਲ ਵਿੱਚ ਛੁਪਿਆ ਹੈ ਕਿ ਆਪਾਂ ਵਿਸ਼ਵਾਸ ਅਤੇ ਮਨੁੱਖਤਾ ਦੇ ਭਵਿੱਖ ਨੂੰ ਇਕੱਠੇ ਕਿਵੇਂ ਦੇਖਦੇ ਹਾਂ।